हर गोबिंद नवान रोआ, 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 हर गोबिंद नवान रोआ। तार कृपा प्रभ हाथ तेरा किया, तार कृपा प्रभ हाथ तेरा किया, हर गोबिंद नवान रोआ, हर गोबिंद नवान रोआ, हर गोबिंद नवान रोआ, हर गोबिंद नवान रोआ। मेरा सतगुरु रखवाला हुआ, सतगुरु रखवाला हुआ, मेरा सतगुरु रखवाला हुआ, सतगुरु रखवाला हुआ। तार कृपा प्रभ हाथ तेरा किया, तार कृपा प्रभ हाथ तेरा किया, हर गोबिंद नवान रोआ, हर गोबिंद नवान रोआ, हर गोबिंद नवान रोआ, हर गोबिंद नवान रोआ। ताप गया प्रभ आप मिटाया, जन की लाज रखाई। ताप गया प्रभ आप मिटाया, जन की लाज रखाई। साध संगत ते सब फल पाए, सतगुर कै बल जाई। साध संगत ते सब फल पाए, सतगुर कै बल जाई। तार कृपा प्रभ हाथ तेरा किया, तार कृपा प्रभ हाथ तेरा किया, हर गोबिंद नवान रोआ, हर गोबिंद नवान रोआ, हर गोबिंद नवान रोआ, हर गोबिंद नवान रोआ। हलत पलत प्रभ दो ऐसा। गुरु साध संगत जी, जिस पवित्र स्थान ते आप सब बैठे महाराज ਦੇ ਦਰਸ਼ਨ ਕਰ ਰਹੇ ਹੋ, ਇਸ ਪਵਿੱਤਰ ਸਥਾਨ ਦਾ ਨਾਮ ਹੈਗਾ ਗੁਰਦੁਆਰਾ ਗੁਰੂ ਕਾ ਬਾਗ। ਇਹ ਬਾਗ ਇੱਕ ਸਮੇਂ ਕਰੀਮ ਬਖਸ਼ ਰਹੀਮ ਬਖਸ਼ ਨਵਾਬ ਦਾ ਹੁੰਦਾ ਸੀ। ਉਹਦੇ ਕੋਲੋਂ ਕਿਸੇ ਸਾਧੂ ਮਹਾਤਮਾ ਨੇ ਫਲ ਮੰਗਿਆ। ਫਲ ਦੇਣ ਤੋਂ ਇਨਕਾਰ ਕਰਨ ਤੇ ਸਾਧੂ ਮਹਾਤਮਾ ਨੇ ਸ਼ਰਾਬ ਦੇ ਕੇ ਬਾਗ ਨੂੰ ਸੁਕਾ ਦਿੱਤਾ। ਮਾਲੀ ਜਿਹੜਾ ਬੂਟਾ ਲਾਉਂਦੇ ਸਨ ਸੁੱਕ ਜਾਂਦਾ ਸੀ, ਹਰਿਆ ਨਹੀਂ ਰਹਿੰਦਾ ਸੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਬਾ ਬਕਾਲਾ ਤੋਂ ਪਰਿਵਾਰ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਲਗਾਈ ਹੋਈ ਸਿੱਖ ਫੁਲਵਾੜੀ ਨੂੰ ਸਿੰਚਣ ਤੇ ਸੁਰਜੀਤ ਕਰਨ ਲਈ ਪੂਰਬ ਦੀ ਯਾਤਰਾ ਆਰੰਭ ਕੀਤੀ।
ਯਾਤਰਾ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗੁਰਦੁਆਰਾ ਗਊ ਘਾਟ ਪਹੁੰਚੇ। ਬਰਸਾਤਾਂ ਦੇ ਦਿਨ ਸਨ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਇੱਥੇ ਛੱਡ ਦਿੱਤਾ। ਆਪ ਉਹ ਅਸਾਮ ਚਲੇ ਗਏ। 22 ਦਸੰਬਰ 1666 ਈਸਵੀ ਉਸ ਦੀ 7ਵੀਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨੇ ਵਿੱਚ ਅਵਤਾਰ ਹੋਇਆ। ਇਹ ਖੁਸ਼ੀਆਂ ਦੀ ਖਬਰ ਜਿਹੜੀ ਹੈ ਭਾਈ ਦਿਆਲ ਦਾਸ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਅਸਾਮ ਜਾ ਕੇ ਦਿੱਤੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬੜੀ ਖੁਸ਼ੀ ਮਨਾਈ, ਦਾਨ ਪੁੰਨ ਕੀਤਾ। ਜਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸਾਮ ਤੋਂ ਵਾਪਸ ਪੰਜਾਬ ਜਾਣ ਲੱਗੇ, ਉਸ ਵੇਲੇ ਇਸ ਬਾਗ ਦੇ ਵਿੱਚ ਆ ਕੇ ਬੈਠੇ। ਮਹਾਰਾਜ ਦੇ ਚਰਨ ਪੈਂਦਿਆਂ ਬਾਗ ਹਰਾ ਭਰਾ ਪੂਰੇ ਜੋਬਨ ਵਿੱਚ ਹੋ ਗਿਆ। ਇਹ ਸ਼ੁਭ ਦਿਹਾੜੀ ਸੀ, ਵਿਸਾਖ ਸੁਦੀ 7ਵੀਂ। ਗੁਰੂ ਤੇਗ ਬਹਾਦਰ ਜੀ ਮਹਾਰਾਜ ਇਮਲੀ ਦੇ ਦਰਖਤ ਦੇ ਥੱਲੇ ਬੈਠੇ ਸਨ। ਮਾਲੀ ਨੇ ਹੋਰ ਲੋਕਾਂ ਨੇ ਜਾ ਕੇ ਨਵਾਬ ਨੂੰ ਕਿਹਾ, ਨਵਾਬ ਸਾਹਿਬ ਕਿੰਨੇ ਸਾਲਾਂ ਦਾ ਇਹ ਤੁਹਾਡਾ ਸੁੱਕਾ ਬਾਗ ਸੀ, ਕੋਈ ਐਸੇ ਮਹਾਤਮਾ ਮਹਾਂਪੁਰਸ਼ ਆ ਕੇ ਬੈਠ ਗਏ ਨੇ ਜਿਨ੍ਹਾਂ ਦੇ ਚਰਨ ਪੈਂਦਿਆਂ ਸੁੱਕਾ ਬਾਗ ਹਰਾ ਭਰਾ ਹੋ ਗਿਆ ਜੇ। ਨਵਾਬ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚੱਲ ਕੇ ਆਇਆ। ਉਸ ਵੇਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾਤਨ ਕਰ ਰਹੇ ਸਨ। ਗੁਰੂ ਸਾਹਿਬ ਨੇ ਦਾਤਨ ਜਿਹੜੀ ਹੈ ਜ਼ਮੀਨ ਦੇ ਵਿੱਚ ਗੱਡ ਦਿੱਤੀ, ਵਿੱਚ ਆਪਣਾ ਸਰਬਲੋਹ ਦਾ ਕੜਾ ਪਾ ਕੇ ਬਚਨ ਕੀਤੇ ਕਿ ਜਦ ਪਿਸ਼ਾਵਰ ਤੋਂ ਸੰਗਤਾਂ ਇੱਧਰ ਆਉਣਗੀਆਂ ਦਰਸ਼ਨ ਵਾਸਤੇ, ਫਿਰ ਇਹ ਦਰਖਤ ਦਾ ਟਾਹਣ ਟੁੱਟੇਗਾ ਅਤੇ ਕੜਾ ਨਿਕਲੇਗਾ। ਇਸ ਸਾਹਮਣੇ ਸੰਦੂਕ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਕੜਾ ਹੈਗਾ ਹੈ। ਬਾਹਰ ਜਿਹੜਾ ਕੰਧ ਦੇ ਨਾਲ ਲੱਗਾ ਦਾ ਦਰਖਤ ਹੈ, ਇਹ ਨਿੰਮ ਦਾ ਦਰਖਤ ਸੀ ਜਿਹਦੇ 'ਚੋਂ ਇਹ ਕੜਾ ਨਿਕਲਿਆ ਹੈ। ਜਿਹੜੇ ਦਰਖਤ ਦੇ ਥੱਲੇ ਮਹਾਰਾਜ ਬੈਠੇ ਸਨ, ਇਮਲੀ ਦਾ ਦਰਖਤ ਸੀ। ਅੱਜ ਤੋਂ ਕੁਝ ਸਮਾਂ ਪਹਿਲੋਂ ਡਿੱਗ ਪਿਆ ਹੈ। ਉਹਦਾ ਇੱਕ ਮੋਢੇ ਰੱਖਿਆ ਦਾ ਸ਼ੀਸ਼ੇ ਦੀ ਅਲਮਾਰੀ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ। ਨਵਾਬ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ 'ਤੇ 2 ਹੱਥ ਜੋੜ ਕੇ ਮੱਥਾ ਟੇਕਿਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪੁੱਛਿਆ, ਭਾਈ ਇਹ ਬਾਗ ਕਿਸ ਦਾ ਹੈਗਾ ਹੈ? ਨਵਾਬ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਇਹ ਬਾਗ ਹੁਣ ਆਪ ਜੀ ਦਾ ਹੈ, ਤੁਹਾਡਾ ਹੀ ਹੈ, ਗੁਰੂ का बाग है। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 3 ਵੇਰਾ ਪੁੱਛਿਆ। 3 ਵੇਰਾ ਨਵਾਬ ਨੇ ਕਿਹਾ, ਮਹਾਰਾਜ ਇਹ ਬਾਗ ਹੁਣ ਆਪ ਜੀ ਦਾ ਹੈ, ਗੁਰੂ का बाग है। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਕਿ ਭਾਈ ਜੇ ਬਾਗ ਗੁਰੂ का है, ਇਹਦੇ 4 ਚੁਫੇਰੇ ਤੂੰ ਕੰਧ ਕਰਵਾ ਦੇ ਤਾਂ ਕਿ ਕੱਲ੍ਹ ਨੂੰ ਤੇਰੀ ਔਲਾਦ ਜਾਂ ਹੋਰ ਕੋਈ ਲੜਾਈ ਨਾ ਕਰੇ। ਨਵਾਬ ਨੇ ਬੜੇ ਹੀ ਨਿਰਮਤਾ ਸਾਥ ਬੇਨਤੀ ਕੀਤੀ, ਮਹਾਰਾਜ ਮੇਰੀ ਬੇਗਮ ਨੂੰ ਕੁਛ ਐਸਾ ਰੋਗ ਐਸਾ ਦੁੱਖ ਲੱਗਾ ਦਾ ਹੈ ਜਿਹਦੇ ਕਾਰਨ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦੀ ਹੈ। ਅਜੇ ਤੱਕ ਸਾਡੇ ਘਰ ਕੋਈ ਔਲਾਦ ਨਹੀਂ ਹੋਈ ਹੈ। ਆਪ ਜੀ ਹੁਣ ਸਾਡੇ 'ਤੇ ਵੀ ਕਿਰਪਾ ਕਰੋ, ਮਿਹਰ ਕਰੋ। ਜਿਸ ਤਰ੍ਹਾਂ ਆਪਣੇ ਸੁੱਕੇ ਬਾਗ ਨੂੰ ਹਰਿਆਵਲ ਬਖਸ਼ੀ ਹੈ, ਸਾਡੇ ਘਰ ਵੀ ਖੁਸ਼ੀਆਂ ਬਖਸ਼ੋ ਕਿ ਸਾਡੀ ਬੰਸ ਅੱਗੇ ਵਧੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ, ਭਾਈ ਤੂੰ ਆਪਣੀ ਬੇਗਮ ਨੂੰ ਲਿਆ ਕੇ ਆ ਖੂਹ ਦੇ ਜਲ ਨਾਲ ਇਸ਼ਨਾਨ ਕਰਾ। ਜਿਹੜੇ ਸਾਧੂ ਮਹਾਤਮਾ ਨੇ ਸ਼ਰਾਬ ਦੇ ਕੇ ਬਾਗ ਨੂੰ ਸੁਕਾਇਆ ਸੀ, ਗੁਰੂ ਮਹਾਰਾਜ ਦੀ ਮਹਿਮਾ ਪ੍ਰਸ਼ੰਸਾ ਸੁਣ ਕੇ ਆਇਆ, ਪਰ ਆ ਕੇ ਅਜੇ ਉਹ ਹੰਕਾਰ ਵੀ ਸੀ। ਉਹਨੂੰ ਹੰਕਾਰ ਸੀ ਕਿ ਮੈਂ ਇਹਨਾਂ ਨਾਲੋਂ ਉਮਰ 'ਚ ਵੱਡਾ ਹਾਂ, ਮੇਰੇ ਕੋਲ ਵੀ ਕਰਾਮਾਤ ਦੀ ਸ਼ਕਤੀ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪੁੱਛਿਆ, ਭਾਈ ਪਹਿਲੇ तेरी कोई चीज़ वस्तु गुम हुई है? उसने क्या, मैं पहले हरिद्वार बैठ के गंगा के किनारे भगती करदा सी, गंगा मेरे आसन ते बैरागन रोड़ के लै गई है। गुरु तेग बहादुर जी महाराज ने कहा, भाई
जाके खूह विच हाथी मार। जद साधु महात्मा ने जाके खूह विच हाथी मारी, वेख्या कि आसन ते बैरागन दोवें तैरते पए ने। कड्ढण तो बाद वो पहचान के गुरु साहब के चरनां ते डिग्गा, अपनियां भुल्लां बख्शाउण लगा। नवाब अपनी बेगम नूं लै के आया। बेगम ने जिसले खूह दे जल नाल इशनान कीता, उनके शरीर ते जिहड़ा रोग सी, दुख सी, कोढ़ सी, सारा दूर हो गया। वो बिल्कुल निरोग हो के अपने आप उतों फिर चल के आई। आके गुरु तेग बहादुर जी महाराज के चरनां ते मत्था टेक के नमस्कार करके गुरु साहब का उन्हें शुकराना किया। बोलो जी सतनाम श्री वाहिगुरू। जिसले बेगम ने गुरु तेग बहादुर जी महाराज के चरनां ते मत्था टेक के नमस्कार करके शुकराना किया, गुरु तेग बहादुर जी महाराज ने इस खूह नूं वर दिता। सूखे हरे किए खिनमा है, अमरे दिश संत जीवाए। काटे कष्ट पूरे गुरुदेव, सेवक को दीनी अपनी सेव। गुरु साहब ने खून वर दिता है कि जो कोई माई पाई सरदा प्रेम दे नाल ये खूह दे जल नाल 12 सतमियां इशनान करे। सतवीं जिहड़ी है मस्या तो 7वें दिन आउंदी है। मस्या का दिन ना लाओगे तो 8वां दिन होएगा। 12 महीने 12 सतमियां खूह दे जल नाल इशनान करे। गुरु कारज पाठ करके गुरु महाराज के चरनां च अरदास बेनती करे, उन्हां दियां शुभ मनोकामना पूर्ण होणगियां। जिन्हां दे शरीर ते कोई रोग दुख तकलीफे, जिन्हां दे घर औलाद नहीं होंदी, चाहो के नहीं रहिंदी है, जिस तरह सुक्का बाग हरिया होया है, उन्हां दियां कुखां हरियां होणगियां, उन्हां दे घर खुशियां फैलणगियां। हुण भी संगतां जिहड़ियां ने सतवीं नूं बड़े सरदा प्यार दे नाल इशनान करदियां ने, गुरु कारज पाठ करके अरदास करते ने। जद गुरु तेग बहादुर जी महाराज किरपा करते ने, मेहर करते ने, उन्हां दियां शुभ मनोकामना पूर्ण होंदियां ने। फिर आके इस बाग का शुकराना करते हुए बाग दे विच फल फुल दे बूटे लाउंदे ने। होर जितनी हो से वध चढ़ के गुरु घर की सेवा करते ने, अखंड पाठ करांदे ने, लंगर लांदे ने। इत्थे पटने शहर गुरु गोबिंद सिंह महाराज 4.5 साल दे हो गए सी। पटने की संगत नूं पता लगा गुरु तेग बहादुर जी महाराज आसाम तो वापस आ गए ने। पटने शहर तो बाहर ही एक नवाब दे बाग विच बैठे ने। पटने की संगत गुरु गोबिंद सिंह महाराज नूं, माता नानकी नूं, माता के गुजरी जी नूं पालकी दे विच बिठाल के लियाए। इत्थे आके गुरु गोबिंद सिंह पालकी तो उतर गए। अपने पिता गुरु तेग बहादुर जी महाराज के चरनां ते 2 हाथ जोड़ के मत्था टेकिया। गुरु तेग बहादुर जी महाराज ने अपने सपुत्र नूं गोद विच चक के छाती नाल लाया, आसीसां दित्तियां। प्यो पुत दे पहले मिलाप की निशानी यादगार विच ये गुरुद्वारा गुरु का बाग है, जिथे नामदान इशनान प्राप्त होंदा है ते शुभ मनोकामना पूर्ण होंदियां ने। गुरुमुख प्यारे जी इत्थों का पवित्र इतिहास है। जिन्हां गुरु के प्यारिਆਂ ने गुरु के लंगर वास्ते, प्रसाद वास्ते, इमारत वास्ते माया देनी है, दे के रसीद कटाउण। घट तो घट 100 रुपए की रसीद कटाने वाले नूं पीले सिरोपाव की बख्शिश होंदी है। ਜਿਹੜੇ 500 ਦੀ ਕਟਾਉਂਦੇ ਉਹਨੂੰ ਚਾਦਰ ਦੀ ਸਿਰੋਪਾव ਦੀ ਬਖਸ਼ਿਸ਼ ਹੁੰਦੀ ਹੈ। ਗੁਰਮੁਖ ਪਿਆਰੇ ਆਪਣੀ ਨੇਕ ਕਮਾਈ, 10 ਨਾਵਾਂ ਦੀ ਕਮਾਈ 'ਚ ਗੁਰੂ ਘਰ ਮਾਇਆ ਦੇ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨ। ਸੰਗਤਾਂ ਇੱਥੋਂ ਚੱਲ ਕੇ ਸਰੋਵਰ ਦੇ ਕੰਢੇ ਉੱਤੇ ਗੁਰੂ ਕਾ ਖੂਹ ਹੈਗਾ ਹੈ, ਖੂਹ ਤੋਂ ਜਲ ਕੱਢ ਕੇ ਜਲ ਛਕਣ। ਗੁਰੂ ਮਹਾਰਾਜ ਆਪ ਸਦੀ ਯਾਤਰਾ ਸਫਲ करे। इस स्थान पर बाबा हरबंस सिंह दिल्ली वाले की कार सेवा चलती है।
ਉੱਥੇ ਵੀ ਸੰਗਤਾਂ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕੀ ਫਤਿਹ। ਹਮਾਰਾ ਗੁਣ ਅਵਗੁਣ ਨਾ ਵਿਚਾਰਿਆ, ਹਲਤ ਪਲਤ ਪ੍ਰਭ ਦੋਵੈ ਸਵਾਰੇ। ਹਮਾਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਤਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਤਾਰਿਆ। ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ, ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ। ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ। ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ, ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ। ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ। ਮੇਰਾ ਸਤਿਗੁਰੂ ਰਖਵਾਲਾ ਹੋਆ, ਸਤਿਗੁਰੂ ਰਖਵਾਲਾ ਹੋਆ। ਮੇਰਾ ਸਤਿਗੁਰੂ ਰਖਵਾਲਾ ਹੋਆ, ਸਤਿਗੁਰੂ ਰਖਵਾਲਾ ਹੋਆ। ਤਾਰ ਕਿਰਪਾ ਪ੍ਰਭ ਹੱਥ ਤੇ ਰਾਖਿਆ, ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ। ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ ਰੋਵਾ, ਹਰ ਗੋਬਿੰਦ ਨਵਾਨ। ਵਾਹਿਗੁਰੂ ਜੀ ਕੀ ਫਤਿਹ। At this stan Sri Guru Nanak Dev Sahib Ji and Guru Tegh Bahadur Sahib Ji have come. Sri Guru Nanak Dev Sahib Ji came, and there was a Bhagat of theirs that used to live here. He used to do Sikhi Prachar basically in this alaka. And when Sri Guru Nanak Dev Sahib Ji came, he was quite old by that time. And he said to Sri Guru Nanak Dev Sahib Ji that I'm really old now, that I just blessed me with mukti. And Sri Guru Nanak Dev Sahib Ji said to him that we will not give you mukti now, we will give you mukti in our 9th form, in the form of Sri Guru Tegh Bahadur Sahib Ji. And then he was over 300 years old then. He did a bent to Maharaj that as part of my daily things I go to the Ganga and do an Ishnan. Physically I can't do these things anymore because I'm so old. And Guru Nanak Dev Sahib Ji said to him that because the Ganga is nearby here, Maharaj said, don't worry, the Ganga will come to you and give you Ishnan every day. That's why the Gurdwara is called Gokart, because the Ganga for 125 years used to come in the form of a cow and give Ishnan to that Bhagat. And then in the form of Sri Guru Tegh Bahadur Sahib Ji, Guru Nanak Dev Ji came obviously in the 9th form. And when Guru Tegh Bahadur Sahib Ji came here, he was sat in a room doing bhakti, and he didn't used to let anyone into the room. Maharaj sent a sneha and he said that if the Gurus come, they'll come in themselves. Then Maharaj went into his room and gave him mukti, and when he got, obviously then he left his sareer, his physical body, and Satguru Sahib Ji did the cremation themselves here as well. So that's this asthan. Sri Guru Nanak Dev Sahib Ji and Sri Guru Tegh Bahadur Sahib Ji have been here. Vaheguru Ji Ka Khalsa, Vaheguru Ji Ki Fateh. पावन स्थान ਦਾ ਨਾਂ ਪਹਿਲਾ ਵੱਡਾ ਗੁਰਦੁਆਰਾ ਗਊ ਘਾਟ ਹੈ। ਇਸ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸਥਾਨ 'ਤੇ ਆਏ ਸਨ। ਇਹ ਜਿਹੜਾ ਸਥਾਨ ਹੈ ਭਗਤ ਜੈਤਾ ਮਲ ਦਾ ਹੋਇਆ ਕਰਦਾ ਸੀ। ਜੈਤਾ ਮਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਗਤ ਸੀ।
जदों गुरु नानक देव जी महाराज इस स्थान आए, भगत जी बड़ा खुशी मनाया। लागे द्वारे पिंडा भी जाके सिक्खी प्रचार करता रहा। श्री गुरु नानक देव जी महाराज इस स्थान दे करीबन 1 साल 6 महीने रहा। जदों जान लग्या, भगत जी के सामने हाथ जोड़ के बेनती कर लग्या कि महाराज साढ़ा उम्र 350 वर्ष पूरा हो चुका है, मैं वृद्ध हो गया हाँ, पूजा पाठ नहीं कर सकता, क्रियाक्रम नहीं कर सकता, सानू मुक्ति दियो। गुरु नानक देव जी महाराज ओदा गल सुन के हसन लग्या। कहने लगे भगत जी अज तुम्हारी उम्र बहुत लंबी है, संसारी सुख बड़ी बाकी है, जदों नवा जन्म असीं आवांगा तां ही तुम्हारी मुक्ति करनी। भगत जी आखन लगे महाराज त्रिलोकीनाथ मैं गंगा स्नान रोज़ करदा, साडा काम फिर खेमे होणगे। कहने लगे गंगा तुम खुद आके स्नान करा के चलिया करेगी। भगत जी घबरा गया। आखन लगे महाराज साढ़े वास्ते गंगा आउणगे, ਉਹਦੇ ਨਾਲ जी जंतु सारे आउणगे, सारे दुखी होणगे, सारे मारे जाणगे। ने भगत जी किसी ने कोई तकलीफ नहीं होणगे। जदों भी तुहाडा दिल दा इच्छा करनगे, गंगा गौ बन के इस स्थान दा आ करेगी, मुखो डुला के स्नान करा के चलिया करेगी। ताई इहदा नां गौ घाट रखा गया। पहले इन्हां दा नां बिशंबरपुर सी। ये जो फोटो सी देख रहे हो, इसी स्थान का फोटो है। ये भगत जैता मनहरा श्री गुरु नानक कृपा नाल गंगा 125 साल गौ बन के आउंदी सी, मुखो डुला के स्नान करा के चले करती सी। इस तो बड़ा फोटो दरबार साहब दे ठीक सामने लग्या। उत्थों जदों नवा पासा मां बकाले तो सिक्खी प्रचार करदा होया त्रिवेणी होंदे वे जदों इस स्थान आए सन, उस वेले भगत जैता मल दा उम्र 550 साल पूरा हो चुकिया सी। बहुत ज़्यादा वृद्ध हो गया सन। ते उस वेले इस स्थान से छोटे छोटे बच्चे बुजुर्गों बड़ी तंग करते सन। कोई रोला मरते सन, कोई कुछ करते सन। भगत जैता मल अपना बुआ बंद करके कमरे बैठ के भक्ति करता सी। जिस वेले गुरु तेग बहादुर जी महाराज जदों इस स्थान आए सन, अपने सिंगां नूं आखन लग्या भगत जी जाके आखो गुरु साहब आए ने। सेवका जाके आवाज़ देते भगत जी दरवाज़ा खोलो। गुरु तेग बहादुर जी महाराज संगता समेत परिवार सहित दरवाजे ते खड़े ने। आंदा तो भगत कहने लग्या साडा गुरुमां वास्ते दरवाज़ा बंद की खुला की। साडा गुरु महाराज अगर आए होंगे वो आपे आप अंदर आ जाएंगे। उस समर्थ कला समर्थन किसी भी रास्ते अंदर आ सकते ने। गुरु साहब ने अपने सिंगां नूं आखन लग्या अंदर जाने वास्ते कोई हो रास्ता वेखो। कह लग्या हाँ महाराज, एक पिछले पासे ताकी साहब खुली पई है जिन्होंने असी लोग खिड़की कहते। गुरु महाराज अपना कड़ा बरताया, सब तो छोटा रूप धारण करके परिवार सही संगता समेत लंग के अंदर आया। भगत जी बचन मिलाप होया। भगत जी आखन लग्या महाराज सानू पहले रूप से दर्शन दो ताए साडा इच्छा पूरा होणगे। श्री गुरु तेग बहादुर जी महाराज ने श्री गुरु नानक उत्ते दर्शन दिते। भगत जी का मुक्ति हो गया। जदों मुक्ति हो गया गुरु महाराज अपने हाथों ओहदा संस्कार किए। ਉਹਦੇ बाद इस स्थान से धर्मशाला बना लग्या। रुकार वास्ते 2 लकड़ियाँ लाए सन बाजार उखड़ के दरवाजे वास्ते। जदों अब गुरु महाराज नौ पासा आते सन, वो लकड़ियाँ आपे आप बराबर हो जाते, चले जाते, छोटे बड़े हो जाते। तरखान मिस्त्री काफ़ी परेशान हो गया। आखन लग्या महाराज आप जी का की कौतक की लीला हो गया। जदों अभी तुम आते हो ये लकड़ियाँ आपे आप बराबर हो जाते, चले जाते, छोटे बड़े हो जाते। महाराज नव से बचन किते
ਹੁਣ ਕਾਟਾਂ ਯੋਗ ਨਹੀਂ ਰਹਿ ਗਿਆ, ਹੁਣ ਪੂਜਾ ਯੋਗ ਹੋ ਗਿਆ। ਇਹਦਾ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਸ਼ਕਤੀ ਆ ਗਈ ਹੈ। ਜੋ ਵੀ ਸਥਾਨ ਜਾ ਕੇ ਸਰਦਾ ਭਾਵਨਾ ਨਾਲ ਅਰਦਾਸਾਂ ਕਰਾ ਕੇ ਜੱਫੀ ਪਾ ਕੇ ਮੱਥਾ ਟੇਕਣਗੇ, ਉਹਨਾਂ ਦੀਆਂ ਹਰ ਮਨੋਕਾਮਨਾ ਪੂਰਾ ਹੋਣਗੇ, ਜੋ ਥਾਮ ਸਾਹਿਬ ਨਾਮ ਤੋਂ ਪ੍ਰਸਿੱਧ ਹੋਣਗੇ। गुरु महाराज नौ समर्थन किते चार पदार्थ जेको मंगे सात जना की सेवा लगे। जो भी श्रद्धा भावना लाल अरदासा करा के घर दे सुख शांति कारोबार देवता पुत्र व जो भी गलबात होवे इस स्थान दे अरदासा करोंदे उन्हां दियां हर मनोकामना पूरी होंदी है। जदों मनोकामना पूरा हो जावे फिर स्थान को चूल्हा चढ़ाउंदे कोई अखर बखराउंदे। जिहड़ा बंदे नहीं आ सकते पहले चूल्हा सब चढ़ा के अरदागला चले जाते हैं। तो पहला निशानी गंगा कुंड जिथे भगत जी बैठ के स्नान क्या करते सन। दूसरा निशानी किला साहब जिस वे गुरु तेग बहादुर जी महाराज आए सन। जी किला घोड़ा बनया सी जो हरा भरा रन वर्द जो हरसिंगार दरकत है। तीसरा निशानी थाम साहब जो गुरु महाराज अपने हाथों गाड़ के अनेकों प्रकार वर्दते जो श्रद्धालु इस स्थान आके श्रद्धा भावना लाल अरदासा करा के जपिया मग मत्था टिकते हैं। चौथा ने ताकी साहब जो खिड़की कहते गुरु महाराज अपना कड़ा बरता के छोटा रूप धारण करके अंदर प्रवेश किए सन। उत्थे मूल मंत्र ते सम्मान लिखा हुआ। पंचमा निशानी माता गुज चक्की पई है जो माता गुजरी अपने हाथों आटा पीस के प्रसादा बना के संगतां की सेवा करती रही। इसलिए कार सेवा सचखंड वासी बाबा हरमन सिंह दिल्ली वाले जथा जिन इस स्थान सेवा करा रही है। जिन्हें संगतां ने सेवा करना होवे बिल्डिंग फंड वास्ते पिछले पासे बाबा जी बैठे टुकड़ी उत्थे पा सकते हो। जिन्होंने स्थान धर्म करदा वास्ते या प्रसाद वास्ते पर्ची करा सकते हो। जिन्होंने घर तो घर 500 पर्ची कराने बाद 100 पर्ची कराने बाद पीला सुरभा बख्शी मिलते। जरा घर तो घर 500 पर्ची कराने बाद 4 दिन सौ बख्शी मिलते। भूल वेदियाँ माफ़ करना। फतेह जवाब फतेह दोगे। वाहिगुरू का खालसा वाहिगुरू की फतेह। सतनाम श्री वाहिगुरु सतनाम श्री वाहिगुरु सतनाम श्री वाहिगुरु सतनाम श्री वाहिगुरु। यही नाम है सहारा यही नाम है अधारा। सतनाम श्री वाहिगुरु सतनाम श्री वाहिगुरु सतनाम श्री वाहिगुरु सतनाम श्री वाहिगुरु। मुक जांदे ने जिस्म तां पर आत्मा अमर है। जिदे अंग संग प्रभु है ओनू फेर किस दा डर है। सतनाम श्री वाहिगुरु 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 सतनाम श्री वाहिगुरु। यही नाम है सहारा यही नाम है अधारा। ਗੁਰਦੁਆਰੇ ਦਾ ਨਾਂ ਗੁਰਦੁਆਰਾ ਹਾਂਡੀ ਸਾਹਿਬ ਦਾਨਾਪੁਰ ਅਵਸਥੀ ਘਾਟ ਵਿਖੇ ਪੈਂਦਾ ਹੈ। ਗੁਰਦੁਆਰਾ ਸਾਹਿਬ ਦਾ ਨਾਂ ਹਾਂਡੀ ਸਾਹਿਬ, ਜਗ੍ਹਾ ਦੇ ਨਾਂ ਦਾਨਾਪੁਰ ਹੈ। ਦਸਵੇਂ ਪਾਤਸ਼ਾਹ ਪਟਨਾ ਸਾਹਿਬ ਵਿਖੇ ਅਵਤਾਰ ਧਾਰਨ ਕਰਨ ਤੋਂ ਬਾਅਦ ਪਟਨਾ ਸਾਹਿਬ ਵਿਖੇ 7 ਸਾਲ ਤੇ ਅਵਸਥਾ ਤੱਕ ਰਹੇ। ਉਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਅਗੰਮੀ ਖੇਡ ਤੋਂ ਪਹਿਲਾਂ ਆਨੰਦਪੁਰ ਸਾਹਿਬ ਆਉਣ ਦੀ ਆਗਿਆ ਭੇਜੀ। ਦਸਵੇਂ ਪਾਤਸ਼ਾਹ ਜਦ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰੀਆਂ ਕੀਤੀਆਂ
ਤਾਂ ਰਾਜਾ ਫਤਿਹ ਚੰਦ ਮੈਨੀ ਤਖਤ ਪਟਨਾ ਸਾਹਿਬ ਦੇ ਨਾਲ ਗਲੀ ਦੇ ਵਿੱਚ ਬਾਲ ਲੀਲਾ ਸਾਹਿਬ ਗੁਰਦੁਆਰਾ ਹੈ, ਜਿੱਥੇ ਦਸਵੇਂ ਪਾਤਸ਼ਾਹ ਜੀ ਆਪ ਬੱਚਿਆਂ ਨੂੰ ਨਾਲ ਲੈ ਜਾ ਕਰ ਖੇਡਿਆ ਕਰਦੇ ਸਨ। ਉੱਥੇ ਦਾ ਰਾਜਾ ਫਤਿਹ ਚੰਦ ਮੈਨੀ ਤਿਨਾਂ ਦੇ ਘਰੋਂ ਬਿਸੰਬਰਾ ਦੇਈ ਤਖਤ ਪਟਨਾ ਸਾਹਿਬ ਦੇ ਨਾਲ ਹੀ ਗੰਗਾਵਲ ਪਾਸੇ ਨੂੰ ਕੰਗਨ ਘਾਟ ਗੁਰਦੁਆਰਾ ਨੂੰ ਗੋਬਿੰਦ ਘਾਟ ਵੀ ਕਹਿੰਦੇ ਨੇ, ਜਿੱਥੇ ਦਸਵੇਂ ਪਾਤਸ਼ਾਹ ਜੀ ਆਪ ਆਪਣਾ ਸੋਨੇ ਦਾ ਕੜਾ ਗੰਗਾ ਦੇ ਵਿੱਚ ਸਿੱਟੇ ਸਨ। ਉੱਥੇ ਇੱਕ ਸ਼ਿਵਦਤ ਪੰਡਤ ਹੋਇਆ ਹੈ, ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਜੀ ਆਪ 7 ਸਾਲ ਦੀ ਅਵਸਥਾ ਦੇ ਵਿੱਚ ਸ਼ਿਵਦਤ ਪੰਡਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਸਨ, ਕਿਉਂਕਿ ਸ਼ਿਵਦਤ ਪੰਡਤ ਆਪ ਰਾਮ ਦਾ ਉਪਾਸਕ ਸੀ। ਜਦ ਪੰਜਾਬ ਨੂੰ ਜਾਣ ਲੱਗੇ ਤਾਂ ਰਾਜਾ ਫਤਿਹ ਚੰਦ ਮੈਨੀ ਤਿਨਾਂ ਦੇ ਘਰੋਂ ਬਿਸੰਬਰਾ ਦੇਈ ਅਤੇ ਸ਼ਿਵਦਤ ਪੰਡਤ ਅਤੇ ਹੋਰ ਲਾਗਲੇ ਪਿੰਡਾਂ ਦੇ ਸਾਰੇ ਸੰਗਤ ਹੀ ਦਸਵੇਂ ਪਾਤਸ਼ਾਹ ਜੀ ਦੇ ਨਾਲ ਟੁਰੇ ਸਤਿਕਾਰ ਵਜੋਂ। ਤਖਤ ਪਟਨਾ ਸਾਹਿਬ ਤੋਂ ਸਾਰੇ ਸੰਗਤ ਜਿਸ ਸਥਾਨ ਤੋਂ ਤੁਸੀਂ ਬੈਠੇ ਹੋ, ਇੱਥੇ ਤੱਕ ਗੁਰੂ ਸਾਹਿਬ ਜੀ ਨੂੰ ਛੱਡਣ ਵਾਸਤੇ ਆਏ ਸਨ। ਇੱਥੇ ਆਉਂਦੇ ਦਸਵੇਂ ਪਾਤਸ਼ਾਹ ਨੂੰ ਸ਼ਾਮ ਪੈ ਗਈ। ਇੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰੇਮਨ ਮਾਏ ਹੁੰਦੀ ਸੀ ਜਮੁਨਾ ਦੇਵੀ, ਜਿਨ੍ਹਾਂ ਦੇ ਘਰ ਉਤਾਰਾ ਕੀਤਾ। ਰਾਤ ਇੱਥੇ ਪੜਾਵ ਕੀਤੇ, ਰੁਕੇ। ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ, ਮਾਤਾ ਇਹ ਸਾਰੇ ਸੰਗਤ ਸਵੇਰ ਦੇ ਚੱਲੇ ਹੋਏ ਨੇ ਅਤੇ ਭੁੱਖੇ ਤਿਹਾਏ ਨੇ, ਇਹਨਾਂ ਵਾਸਤੇ ਤੁਸੀਂ ਲੰਗਰ ਤਿਆਰ ਕਰੋ। ਮਾਤਾ ਜਮੁਨਾ ਦੇਵੀ ਕਹਿੰਦੀ, ਮਹਾਰਾਜ ਮੈਂ ਤਾਂ ਆਪ ਬਹੁਤ ਹੀ ਗਰੀਬਨ ਹਾਂ, ਅਤੇ ਗਰੀਬਨ ਇੰਨਾ ਕਿਸੇ ਭਾਂਡੇ ਵੀ ਮਿੱਟੀ ਦੇ ਰੱਖੇ ਹੋਏ। ਆਪ ਜੀ ਦੇ ਨਾਲ ਸੰਗਤਾਂ ਵੀ ਬੇਅੰਤ ਹੈ, ਅਸੀਂ ਮਿੱਟੀ ਦੇ ਹਾਂਡੀ ਦੇ ਵਿੱਚ ਖਿਚੜੀ ਰਿੱਧੀ ਹਾਂ। ਜੇ ਹੁਕਮ ਕਰੋ ਤਾਂ ਮਿੱਟੀ ਦੀ ਹਾਂਡੀ ਵਾਲੀ ਖਿਚੜੀ ਆਪ ਜੀ ਪਾਸ ਲਿਆਈਏ ਤਾਂ ਆਪ ਬਰਕਤਾਂ ਪਾਓ। ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ ਉਹ ਮਿੱਟੀ ਦੀ ਹਾਂਡੀ ਵਾਲੀ ਖਿਚੜੀ ਸਾਡੇ ਕੋਲ ਲਿਆਓ। ਮਾਤਾ ਜਮੁਨਾ ਦੇਵੀ ਬੇਨਤੀ ਮੰਨ ਕਰ ਮਿੱਟੀ ਦੀ ਹਾਂਡੀ ਵਾਲੀ ਖਿਚੜੀ ਦਸਵੇਂ ਪਾਤਸ਼ਾਹ को ਲਿਆਏ। ਦਸਵੇਂ ਪਾਤਸ਼ਾਹ ਨੇ ਮਿੱਟੀ ਦੀ ਹਾਂਡੀ ਉੱਤੇ ਰੁਮਾਲਾ ਪਾ ਕੇ ਅਰਦਾਸਾ ਕੀਤਾ। ਅਰਦਾਸ ਕਰਨ ਤੋਂ ਬਾਅਦ ਇਹ ਹੁਕਮ ਹੋਇਆ ਕਿ ਖਿਚੜੀ ਦਾ ਲੰਗਰ ਸਾਰੇ ਸੰਗਤ ਨੂੰ ਵਰਤਾਰਾ ਸ਼ੁਰੂ ਕਰ ਦਿਓ। ਸਾਰੇ ਸੰਗਤ ਨੂੰ ਵਰਤਾਰਾ ਸ਼ੁਰੂ ਹੋ ਗਏ। ਸਾਰੇ ਸੰਗਤ ਲੰਗਰ ਛਕ ਲਏ। ਛਕਣ ਤੋਂ ਉਪਰੰਤ ਉਹਦੀ ਮਿੱਟੀ ਦੀ ਹਾਂਡੀ ਸੀ, ਖਿਚੜੀ ਦੇ ਨਾਲ ਭਰੀ ਦੀ ਭਰੀ ਰਹਿ ਗਈ, ਮੁੱਕੀ ਨਹੀਂ ਸੀ। ਇਸ ਕਰਕੇ ਇਸ ਦਾ ਨਾਂ ਪੈ ਗਿਆ ਹਾਂਡੀ ਸਾਹਿਬ, ਮਿੱਟੀ ਦੇ ਹਾਂਡੀ ਵਿੱਚ ਬਣਾਉਣ ਕਰਕੇ। ਸਵੇਰ ਤੜਕੇ ਅੰਮ੍ਰਿਤ ਵੇਲੇ ਦਸਵੇਂ ਪਾਤਸ਼ਾਹ ਇੱਥੋਂ ਹੀ ਸਾਰੇ ਸੰਗਤਾਂ ਨੂੰ ਵਾਪਸੀ ਕਰ ਦਿੱਤੇ। ਆਪ ਇੱਥੋਂ ਪੰਜਾਬ ਨੂੰ ਜਾਣ ਲੱਗੇ। ਫਿਰ ਮਾਤਾ ਜਮੁਨਾ ਦੇਵੀ ਅੱਗੇ ਹੋ ਕੇ ਬੇਨਤੀ ਕੀਤੀ, ਗਰੀਬ ਨਿਵਾਜ ਤੁਸੀਂ ਹੁਣ ਪੰਜਾਬ ਨੂੰ ਚੱਲੇ ਹੋ, ਅਤੇ ਸਾਡਾ ਇਹ ਨਿਯਮ ਬਣ ਚੁੱਕਿਆ ਸੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਤੋਂ ਹੀ, ਜਦ ਅਸੀਂ ਪਟਨਾ ਸਾਹਿਬ ਵਿਖੇ ਜਾ ਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਦਰਸ਼ਨ ਕਰਾਉਂਦੇ ਸੀ ਤਾਂ ਜਾ ਕਰ ਹੀ ਅੰਜਲ ਕਰਦੇ ਸਾਂ। ਹੁਣ ਤੁਸੀਂ ਆਪ ਵੀ ਪੰਜਾਬ ਨੂੰ ਜਾਣ ਲੱਗੇ ਹੋ ਅਤੇ ਸਾਡੇ ਵਾਸਤੇ ਕੋਈ ਨਿਸ਼ਾਨੀ ਬਖਸ਼ਿਸ਼ ਕਰ ਜਾਓ। ਫਿਰ ਦਸਵੇਂ ਪਾਤਸ਼ਾਹ ਨੰਗੀ ਪੈਰੀ ਪੱਥਰ 'ਤੇ ਖਲੋਤੇ ਸਨ। ਆਪਣਾ ਦੋਵੇਂ ਚਰਨਾਂ ਦਾ ਨਿਸ਼ਾਨੀ ਮਾਤਾ ਜਮੁਨਾ ਦੇਵੀ ਨੂੰ ਬਖਸ਼ਿਸ਼ ਕਰ ਗਏ। ਆਖਿਆ ਜੋ ਵੀ ਪ੍ਰਾਣੀ ਇੱਥੇ ਆ ਕੇ ਸ਼ਰਧਾ ਪੂਰਵਕ ਦਰਸ਼ਨ ਕਰਿਆ ਕਰਨਗੇ, ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਪ੍ਰਾਪਤ ਹੋਇਆ ਕਰਨਾ। ਇਹ ਗੋਲਕਨਾਥ ਸੰਦੂਕੜੀ ਸਾਹਮਣੇ ਸ਼ੀਸ਼ੇ ਦੇ ਵਿੱਚ ਉਹ ਦਸਵੇਂ ਪਾਤਸ਼ਾਹ ਜੀ ਦਾ ਚਰਨ ਛੋਹ ਦਾ ਨਿਸ਼ਾਨੀ ਹੈ। ਬਾਲ ਅਵਸਥਾ ਦੇ ਤੁਸੀਂ ਦਰਸ਼ਨ ਕਰੋਗੇ। ਬਾਕੀ ਇਹ ਮਿੱਟੀ ਦੀ ਹਾਂਡੀ ਦੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਹਾਂਡੀ ਮਿੱਟੀ ਵਾਲੜੀ ਉਹ ਮਿੱਟੀ ਹਾਂਡੀ, ਹਾਂਡੀ ਖਿੱਚੜ ਰਿੰਨਣੀ ਉਹ ਖਿਚੜੀ ਹਾਂਡੀ, ਹਾਂਡੀ ਖਿੱਚੜ ਦੇਵ ਦੇਵੀ ਸੰਗਤ ਹਾਂਡੀ, ਬਾਲਾ ਪ੍ਰੀਤਮ ਪਿਆਰੜੇ ਉਹ ਡਿੱਠੀ ਹਾਂਡੀ। ਖਿਚੜੀ ਖਾਦੀ ਕੱਢ ਕੇ ਉਸ ਵਿੱਚੋਂ ਹਾਂਡੀ, ਤਨ ਮਾਈ ਪ੍ਰਧਾਨੀ ਰਿੱਧੀ ਹਾਂਡੀ, ਬਾਲਾ ਪ੍ਰੀਤਮ ਟੁਰ ਗਏ ਕਾ ਰਹਿ ਗਏ ਹਾਂਡੀ, ਖਿਚੜੀ ਨਿਤ ਪਕਾਉਂਦੀ ਉਸੇ ਹਾਂਡੀ, ਧਿਆਨ ਧਰਦਰ ਦੇਵ ਦੇ ਗੁਰੇ ਅੱਗੇ ਹਾਂਡੀ, ਦੇਖੋ ਸਤਿਗੁਰਾ ਖਾ ਰਹੇ ਹੱਥ ਲਾ ਉਸ ਹਾਂਡੀ,
माई कारण बन गई ओ बेड़ी हांडी, हांडी तो संगत बनी हुन संगत हांडी, हांडी तो संगत बनी हुन संगत हांडी। ਇਹ ਇੱਥੋਂ ਦਾ ਇਤਿਹਾਸ ਆ ਸੰਗਤ ਜੀ। ਤਾਂ ਇੱਥੇ ਖਿਚੜੀ ਦਾ ਹੀ ਪ੍ਰਸਾਦ ਮਹਾਰਾਜ ਦਾ ਭੋਗ ਲੱਗਦਾ ਹੈ, ਤਾਂ ਖਿਚੜੀ ਦਾ ਹੀ ਲੰਗਰ ਚੱਲਦਾ ਹੈ। Ki Fateh. This Gurdwara is called Gurdwara Handi Sahib. When Sri Guru Gobind Singh Sahib Ji, they stayed, obviously the avatar was at Patna Sahib, but the Takht is, they stayed in this area till they were about 7 years old. As they were leaving this area, they got a message from Guru Tegh Bahadur Sahib Ji, who was then at Anandpur Sahib, to come to Punjab, to go to Sri Anandpur Sahib. They set off with Mata Gujri Ji and their Mama Kripal Chand. And when they were going, they came on the way, they came to this Gurdwara Sahib. When they came to this Gurdwara Sahib, there was a Mata, an old woman, a lady who was a Sevadar of the Guru Kar. And she said, she wanted, obviously, she had an itcha that she wanted Satguru Sahib Ji to come to her house. Sri Guru Gobind Singh Sahib Ji then came to the house which was here. And when they came, they had all the Sangats from Patna Sahib came with them to kind of like see Maharaj off because they knew they were going to Anandpur Sahib. When they came to here, the Mata made khichdi, which is basically chawl and dal, but it's all mixed together in one and you just boil it together. It's a very basic kind of like simple food. And she had made just a little bit of that because she was very greeb, so that's what she used to eat. And she had it in mitti de pande, in one mitti de panda, and that panda is called a handi. That's why it's called Gurdwara Handi Sahib. She had a little bit in there. And when Satguru Sahib Ji came with the Sangat, she obviously saw all the Sangat, there was a lot of people. And she did a beinti to Satguru. Satguru Sahib Ji said that shika langar to all the Sangat. She said, I'm greeb, I've only got a little bit of khichdi made in this handi. And Satguru Sahib Ji told her to bring it and cover it with the thal. Satguru Sahib Ji did a ardas beinti and they vartared the khichdi to all the Sangat. After everyone ate, the handi was that panda was still full of khichdi. And that's why this Gurdwara is called Gurdwara Handi Sahib. From here then Satguru Sahib Ji left and went to Sri Anandpur Sahib. And on the way they stopped at different points as well. But that's why this Gurdwara is called Gurdwara Handi Sahib. So downstairs now there's khichdi made. So if anyone wants to eat that, you can. And there's also, they said, there's tea made as well. So you can have that before we move on to go back to Takht Sahib. Vaheguru Ji Ka Khalsa, Vaheguru Ji Ki Fateh. Vaheguru, Satnam Sri Vaheguru, Satnam Sri Vaheguru, Satnam Sri Vaheguru. मुक जांदे ने जिस्म तां पर आत्मा अमर है, जिदे अंग संग प्रभु है, ओनू फेर किस दा डर है। सतनाम श्री वाहेगुरु, 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 सतनाम श्री वाहेगुरु। यही नाम है सहारा, यही नाम है अधारा। सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री वाहेगुरु। मुक जांदे ने जिस्म तां पर आत्मा अमर है, जिदे अंग संग प्रभु है, ओनू फेर किस दा डर है। सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम
यही नाम है सहारा, यही नाम है आधारा। सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री वाहेगुरु। मुक जांदे ने जिस्म तां, पर आत्मा अमर है। जिदे अंग संग प्रभु है, ओनू फेर किस दा डर है। सतनाम श्री वाहेगुरु, 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 सतनाम श्री वाहेगुरु। यही नाम है सहारा, यही नाम है आधारा। सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री वाहेगुरु। मुक जांदे ने जिस्म तां, पर आत्मा अमर है। जिदे अंग संग प्रभु है, ओनू फेर किस दा डर है। सतनाम श्री वाहेगुरु, 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 सतनाम श्री वाहेगुरु। यही नाम है सहारा, यही नाम है आधारा। सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री वाहेगुरु। मुक जांदे ने जिस्म तां, पर आत्मा अमर है। जिदे अंग संग प्रभु है, ओनू फेर किस दा डर है। सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री Vaheguru Ji Ka Khalsa, Vaheguru Ji Ki Fateh. This area here is a spring that Sri Guru Nanak Dev Ji Maharaj got the water to come out. The history of this is on their second journey, on their travels. Sri Guru Nanak Dev Ji was approached by the Sangat of this area, the Bidara area, because the water around here was very, very salty and it wasn't drinkable. So Maharaj came here, and there used to be a hill here, and they placed their right foot on the hill, remembered Vaheguru, and water started coming out from the bottom of the hill. The water was sweet and it was drinkable. That was in 1512. Since then, the water has continued to flow, and Sangata, the Sikh Sangat, continuously come here and get their water from here to drink. Vaheguru Ji Ka Khalsa, Vaheguru Ji Ki Fateh. सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री वाहेगुरु।
यही नाम है सहारा, यही नाम है आधारा। सतनाम श्री वाहिगुरु, सतनाम श्री वाहिगुरु, सतनाम श्री वाहिगुरु। का खालसा वाहिगुरु जी की फतह। ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਇਤਿਹਾਸ ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀ ਇੰਨਾ ਦੂਰ ਦਰ ਦਾ ਸਫ਼ਰ ਤੈਅ ਕਰਦੇ ਆਏ ਹੋ। ਆਪ ਜੀ ਨੂੰ ਜੀ ਆਇਆਂ ਕਰਦੇ ਹਾਂ ਜੀ। ਇਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਬੂਟਾ ਲਾਇਆ। ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਇਸੇ ਧਰਤੀ ਬਿਦਰ ਸ਼ਹਿਰ ਦਾ ਹੈ ਜੀ। ਜਦੋਂ 1699 ਦੀ ਵੈਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਾਜਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ, ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਸਪੁੱਤਰ ਭਾਈ ਗੁਰੂ ਨਾਰਾਇਣ ਜੀ, ਮਾਤਾ ਅਨਕੁਮਾ ਜੀ ਸ੍ਰੀ ਅਨੰਦਪੁਰ ਤਖਤ ਕੇਸਗੜ੍ਹ ਸਾਹਿਬ ਜਾ ਕੇ 50 ਪਿਆਰਿਆਂ ਦੀ ਚੋਣ ਸਮੇਂ ਆਪਣਾ ਸੀਸ ਭੇਟ ਕੀਤਾ ਤੇ ਅੰਮ੍ਰਿਤ ਦੀ ਦਾਤ ਲਈ ਅਤੇ ਚਮਕੌਰ ਸਾਹਿਬ ਦੇ ਗੜੀ ਵਿੱਚ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜੀ। ਉਹਨਾਂ ਦੇ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਆਪ ਆਪਣੀ ਕਮਾਈ ਦਾ ਕੁਝ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਪ ਜੀ ਦੀ ਸਾਰਿਆਂ ਦੀ ਯਾਤਰਾ ਸਫਲ ਹੋਵੇ। ਸਾਰਿਆਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ੇ। ਗੱਜ ਬੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੱਕ ਜਾਂਦੇ ਨੇ ਜਿਸਮ ਤਾਂ, ਪਰ ਆਤਮਾ ਅਮਰ ਹੈ। ਜਿਹਦੇ ਅੰਗ ਸੰਗ ਪ੍ਰਭੂ ਹੈ, ਉਹਨੂੰ ਫੇਰ ਕਿਸ ਦਾ ਡਰ ਹੈ। ਸਤਨਾਮ ਸ੍ਰੀ ਵਾਹਿਗੁਰੂ, 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 ਸਤਨਾਮ ਸ੍ਰੀ ਵਾਹਿਗੁਰੂ। ਇਹੀ ਨਾਮ ਸਾਰੇ ਇੱਥੇ ਦਾ ਇਤਿਹਾਸ ਸਰਵਣ ਕਰ ਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਭਾਗ ਕੌਰ ਜੀ ਦਾ ਜਨਮ ਸਥਾਨ ਪਿੰਡ ਵੱਡੀ ਝਬਾਲ, ਜ਼ਿਲ੍ਹਾ ਤਰਨ ਤਾਰਨ ਸਾਹਿਬ। ਅੰਤਮ ਸਥਾਨ ਇਹੋ ਪਿੰਡ ਜਨਵਾੜਾ, ਜ਼ਿਲ੍ਹਾ ਬਿਦਰ, ਸਟੇਟ ਕਰਨਾਟਕਾ। ਇੱਥੋਂ ਦੇ ਦੋ ਰਾਜੇ ਸਨ, ਬਾਲਾ ਰਾਓ ਤੇ ਰੁਸਤਮ ਰਾਓ। ਉਹਨਾਂ ਨੂੰ ਪੁੰਨਾ 17 ਕਿਲੇ ਵਿੱਚ ਬੰਦੀ ਬਣਾ ਰੱਖਿਆ ਸੀ। ਉੱਥੇ ਦੋ ਸੇਵਾਦਾਰ ਹਰ ਰੋਜ਼ ਗੁਰਬਾਣੀ ਸਾਹਿਬ ਜੀ ਦਾ ਪਾਠ ਕਰਦੇ ਸਨ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਾਟੈ। ਇਹ ਬਾਣੀ ਸੁਣ ਕੇ ਰਾਜੇ ਕਹਿਣ ਲੱਗੇ ਕਿ ਤੁਹਾਡੇ ਗੁਰੂ ਇੰਨੇ ਬਲਵਾਨ ਹਨ ਜੋ ਸਾਡੇ ਵੀ ਬੰਧਨ ਤੇ ਦੁੱਖ ਦੂਰ ਕਰ ਦੇਣਗੇ। ਤਾਂ ਸੇਵਾਦਾਰ ਨੇ ਕਿਹਾ, ਕਿਉਂ ਨਹੀਂ ਤੁਸੀਂ ਵੀ ਸੇਵਾ ਸਿਮਰਨ ਕਰਿਆ ਕਰੋ, ਤੁਹਾਡੇ ਵੀ ਬੰਧਨ ਤੇ ਦੁੱਖ ਜ਼ਰੂਰ ਕੱਟਣਗੇ। ਤਾਂ ਰਾਜੇ ਵੀ ਸੇਵਾ ਸਿਮਰਨ ਕਰਨ ਲੱਗ ਪਏ। 41 ਦਿਨਾਂ ਬਾਅਦ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ। ਉਹਨਾਂ ਦੋਨਾਂ ਰਾਜਿਆਂ ਨੂੰ ਉੱਥੋਂ ਗੁਪਤ ਕਰਾ ਕੇ ਮਨਮਾੜ ਲਿਆਏ, ਜਿੱਥੇ ਗੁਰਦੁਆਰਾ ਗੁਪਤਸਰ ਸਾਹਿਬ ਬਣਿਆ ਹੈ ਜੀ। ਉੱਥੋਂ ਦੋਵੇਂ ਰਾਜੇ ਹਜੂਰ ਸਾਹਿਬ ਆਏ। ਹਜੂਰ ਸਾਹਿਬ ਵਿੱਚ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਰਹਿੰਦੇ ਸਨ। ਉਹਨਾਂ ਕੋਲ ਆ ਕੇ ਰਾਜਾ ਨੇ ਬੇਨਤੀ ਕੀਤੀ, ਸਾਡੇ ਨਾਲ ਕੋਈ ਸਿੰਘ ਭੇਜੋ, ਕਿਉਂਕਿ ਹੋਰ ਫੜ ਕੇ ਲਿਜਾਣ ਕਰਕੇ ਰਾਜੇ ਡਰਦੇ ਸਨ। ਤਾਂ ਕੋਈ ਵੀ ਸਿੰਘ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅੰਤਮ ਸਥਾਨ ਨੂੰ ਛੱਡਣ ਵਾਸਤੇ ਰਾਜੀ ਨਹੀਂ ਸੀ। ਇਸ ਕਰਕੇ ਮਾਤਾ ਭਾਗ ਕੌਰ ਜੀ ਰਾਜਿਆਂ ਦੀ ਰਖਿਆ ਕਰਦੇ ਹੋਏ ਇੱਥੇ ਆਏ। ਇੱਥੇ ਹਰ ਰੋਜ਼ ਮਾਤਾ ਜੀ ਅੰਮ੍ਰਿਤ ਵੇਲੇ ਨਾਨਕ ਝੀਰਾ ਸਾਹਿਬ ਜਾ ਕੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਕੇ ਸਿੱਖੀ ਪ੍ਰਚਾਰ ਕਰਦੇ ਹੋਏ ਇੱਥੇ ਆਉਂਦੇ। ਇਸੇ ਤਰ੍ਹਾਂ ਹੀ ਸਿੱਖੀ ਪ੍ਰਚਾਰ ਕਰਦੇ ਹੋਏ ਮਾਤਾ ਭਾਗ ਕੌਰ ਜੀ ਇੱਥੇ ਹੀ ਗੁਰਪੁਰੀ ਸਿਧਾਰ ਗਏ। ਮਾਤਾ ਜੀ ਦੇ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੈ ਜੀ। ਗੁਰਦੁਆਰੇ ਸਾਹਿਬ ਦੀ ਵਧੇਰੀ ਉન્નਤੀ ਕਰਨ ਲਈ ਸੰਗਤਾਂ ਵੱਲੋਂ ਸੇਵਾ ਚੱਲ ਰਹੀ ਹੈ। ਆਪ ਜੀ ਦੀ ਸਾਰਿਆਂ ਦੀ ਯਾਤਰਾ ਸਫਲ ਹੋਵੇ। यही नाम है अधारा, सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री वाहेगुरु। मुक जांदे ने जिस्म तां, पर आत्मा अमर है, जिदे अंग संग प्रभु है, ओनू फेर किस दा डर है। सतनाम श्री वाहेगुरु, 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 सतनाम श्री वाहेगुरु। यही नाम है सहारा, यही नाम है अधारा। सतनाम श्री वाहेगुरु, सतनाम श्री वाहेगुरु, सतनाम श्री वाहेगुरु, सतनाम श्री वाहेगुरु। मुक जांदे ने जिस्म तां, पर आत्मा